ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਿਆਨ ਦੇ ਵਿਸ਼ੇ ਉੱਤੇ ਅਸੀਂ ਪਹਿਲਾ ਭਾਗ ਪੜ੍ਹ ਚੁੱਕੇ ਹਾਂ। ਹੁਣ ਦੂਸਰਾ ਭਾਗ ਪੜ੍ਹਨ ਜਾ ਰਹੇ ਹਾਂ। ਸਾਰੇ ਧਿਆਨ ਨਾਲ ਸਰਵਨ ਕਰੋ ਜੀ। ਜੀਵਨ ਦੀਆਂ ਦੋਹਾਂ ਹਾਲਤਾਂ, ਇੱਕ ਪਾਸੇ ਭੁੱਲ, ਦੂਸਰੇ ਪਾਸੇ ਯਾਦ, ਇੱਕ ਪਾਸੇ ਕੁਸੰਗਤ, ਦੂਸਰੇ ਪਾਸੇ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸਵਰਗ, ਇਹਨਾਂ ਦੇ ਵਿਚਕਾਰ ਮਹੱਤਵਪੂਰਨ ਨੁਕਤਾ, ਕਰੂਸ਼ੀਅਲ ਪੁਆਇੰਟ ਸਾਡੀ ਚੇਤਨਤਾ ਜਾਂ ਧਿਆਨ, ਕੌਨਸ਼ੀਅਸਨੈਸ ਦਾ ਹੀ ਹੈ। ਜੇਕਰ ਸਾਡਾ ਧਿਆਨ ਜਾਂ ਚੇਤਨਤਾ, ਸਾਡੀ ਕੌਨਸ਼ੀਅਸਨੈਸ ਮਾਇਕੀ ਭਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ। ਪਰ ਜੇ ਸਾਡਾ ਧਿਆਨ ਜਾਂ ਚੇਤਨਤਾ ਆਤਮਿਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਡਿਵਾਈਨ ਕੌਨਸ਼ੀਅਸਨੈਸ ਦ੍ਰਿੜ ਹੁੰਦੀ ਜਾਂਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਦੈਵੀ ਚੇਤਨਤਾ, ਹਾਂਜੀ, ਇਹ ਦੈਵੀ ਚੇਤਨਤਾ ਕਿੱਥੋਂ ਮਿਲਦੀ ਹੈ? ਸਾਧ ਸੰਗਤ। ਸੋ ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਇਹ ਦੈਵੀ ਚੇਤਨਤਾ ਯਾਨੀ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ। ਇਸ ਵਿਵੇਕ ਬੁੱਧੀ ਨੇ ਹੀ ਸਾਨੂੰ ਸੇਧ ਦੇਣੀ ਹੈ, ਇਸੇ ਨੇ ਉਦਮ ਕਰਵਾਉਣਾ ਹੈ। ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਅੰਤਰਾਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ, ਇੰਟਿਊਸ਼ਨ ਕਿਹਾ ਜਾਂਦਾ ਹੈ। ਅੰਤਰਾਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤਾ ਹੋਇਆ ਸਪਿਰਿਚੁਅਲ ਨੌਲੇਜ ਨੂੰ ਇੰਟਿਊਸ਼ਨ ਕਿਹਾ ਜਾਂਦਾ ਹੈ। ਇਹ ਅਨੁਭਵ ਸਾਨੂੰ ਅਨੰਤ ਆਤਮਿਕ ਮੰਡਲ ਦੀ ਸੋਝੀ ਤੇ ਗਿਆਨ ਬਖਸ਼ਦਾ ਹੈ। ਦਿਮਾਗੀ ਗਿਆਨ ਸਾਨੂੰ ਸੀਮਤ ਮਾਇਕੀ ਮੰਡਲ ਦੀ ਹੀ ਸੋਝੀ ਜਾਂ ਗਿਆਨ ਦਿੰਦਾ ਹੈ। ਇਹ ਦੋਵੇਂ ਕਿਸਮ ਦੇ ਗਿਆਨ, ਇੱਕ ਪਾਸੇ ਅਨੁਭਵੀ ਆਤਮਿਕ ਗਿਆਨ, ਦੂਸਰਾ ਦਿਮਾਗੀ ਮਾਇਕੀ ਗਿਆਨ, ਇਹਨਾਂ ਦੇ ਵਿਚਕਾਰ ਸਾਡੀ ਚੇਤਨਤਾ ਅਥਵਾ ਧਿਆਨ ਦੀ ਹੀ ਡੋਰੀ ਕੰਮ ਕਰਦੀ ਹੈ। ਜੇਕਰ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਦੈਵੀ ਸੰਗਤ ਨਾਲ ਜੁੜਿਆ ਹੋਵੇ ਜਾਂ ਆਤਮ ਪ੍ਰਾਇਣ ਹੋਵੇ ਤਾਂ ਉਸ ਨੂੰ ਸਤ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਚੇਤਨਤਾ ਨੂੰ ਦੈਵੀ ਰੰਗਤ ਚੜ੍ਹਦੀ ਜਾਂਦੀ ਹੈ। ਦੂਸਰੇ ਪਾਸੇ ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਮਾਇਕੀ ਭਰਮ ਵਿੱਚ ਗਲਤਾਨ ਹੋਵੇ ਤਾਂ ਉਸ ਨੂੰ ਕੁਸੰਗਤ ਜਾਂ ਨੀਵੀਂ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਜੀਵ ਮਨਮੁਖ, ਮਾਇਆਧਾਰੀ ਤੇ ਸਾਕਤ ਬਣ ਜਾਂਦੇ ਹਨ ਤੇ ਆਤਮਿਕ ਮੰਡਲ ਨਾਲੋਂ, ਡਿਵਾਈਨ ਪਲੇਨ ਨਾਲੋਂ ਟੁੱਟ ਜਾਂਦੇ ਹਨ। ਇਹਨਾਂ ਦੋਹਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੀ ਚੇਤਨਤਾ ਜਾਂ ਧਿਆਨ ਅਤੇ ਮੇਲ ਅਥਵਾ ਸੰਗਤ ਦਾ ਹੀ ਸੰਬੰਧ ਹੈ। ਹਰ ਇੱਕ ਐਕਸ਼ਨ, ਹਰ ਇੱਕ ਕਰਮ ਦੀ ਪੂਰਨ ਕਾਮਯਾਬੀ ਲਈ ਚੇਤਨਤਾ ਜਾਂ ਧਿਆਨ, ਅਟੈਂਸ਼ਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤਦਾ, ਜਿਤ ਲੱਗੈ ਸੋ ਥਾਈ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ, ਕੰਪਲੀਟ ਗੇਨ ਵਾਸਤੇ ਆਪਸ ਵਿੱਚ ਸਾਂਝ ਅਥਵਾ ਲੇਵਾ ਦੇਵੀ ਲਈ ਵੀ ਚੇਤਨਤਾ ਅਥਵਾ ਧਿਆਨ ਦੀ ਅਤ ਲੋੜ ਹੈ। ਜਦੋਂ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ, ਕਮਿਊਨੀਅਨ ਬਣ ਜਾਂਦਾ ਹੈ ਅਤੇ ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ ਅਥਵਾ ਉਸ ਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਦਿੰਦੇ ਹਾਂ। ਜਿਸ ਚੀਜ਼ ਜਾਂ ਗੱਲ ਵੱਲ ਸਾਡੀ ਦਿਲਚਸਪੀ ਨਾ ਹੋਵੇ, ਉਸ ਵਿੱਚ ਸਾਡਾ ਧਿਆਨ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਸ ਦਾ ਓਪਰਾ ਜਿਹਾ ਅਸਰ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਉਸ ਨਾਲ ਮੇਲ, ਸੰਗਤ, ਸਾਂਝ ਜਾਂ ਲੇਵਾ ਦੇਵੀ ਨਹੀਂ ਹੁੰਦੀ।
ਕੁਝ ਉਦਾਹਰਨਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ। ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੈ, ਪਰ ਘਰ ਦੇ ਮੈਂਬਰ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹਨ ਜਾਂ ਗੱਲਾਂ ਬਾਤਾਂ ਵਿੱਚ ਮਸਤ ਹਨ। ਇਸੇ ਤਰ੍ਹਾਂ ਜਦੋਂ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਲੱਗਦਾ। ਆਮ ਸੰਗਤ ਦੀ ਵੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦੋਂ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ, ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਨਹੀਂ ਹੁੰਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਪੜ੍ਹੀਏ ਗੁਨੀਏ ਨਾਮ ਸਭ ਸੁਣੀਏ, ਅਨ ਭਉ ਭਾਉ ਨਾ ਦਰਸੈ। ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਦੂਜੇ ਲਫ਼ਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਅਸੀਂ ਕਰਦੇ ਹਾਂ, ਸਭ ਬੇਧਿਆਨੇ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤ ਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ, ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਕਦੋਂ? ਜਦੋਂ ਅਸੀਂ ਚੇਤਨਤਾ ਜਾਂ ਧਿਆਨ ਤੋਂ ਬਗੈਰ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ ਗ੍ਰੰਥ, ਧਰਮ ਮੰਦਰ, ਧਰਮ ਪ੍ਰਚਾਰ, ਸਤਸੰਗ ਸਮਾਗਮ, ਪਾਠ, ਪੂਜਾ, ਕੀਰਤਨ, ਜਪ, ਤਪ, ਕਰਮ ਕਿਰਿਆ, ਇਹਨਾਂ ਦੇ ਬਾਵਜੂਦ ਵੀ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਸ਼ਖਸੀਅਤ, ਮੈਂਟਲ ਪਰਸਨੈਲਿਟੀ ਨਿੱਘਰਦੀ ਜਾਂਦੀ ਹੈ। ਪੰਡਤ ਪੜ੍ਹੈ ਸਾਧ ਨ ਪਾਵੈ, ਦੂਜੈ ਪਾਏ ਮਾਇਆ ਮਨ ਪਰਮਾਵੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਹੀ, ਡੈਡ ਮੈਟਰ ਵਰਗਾ ਹੀ ਹੋ ਜਾਂਦਾ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਪਲੇਨ ਉੱਤੇ, ਸਤਹ ਉੱਤੇ ਮੇਲ ਮਿਲਾਪ, ਸੰਗਤ, ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ। ਅੰਤਰਾਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਐ ਰੇ ਸੋਈ। ਜੇ ਬਹੁ ਤੇਰਾ ਲੋਚੀਐ, ਬਾਤੀ ਮੇਲ ਨਾ ਹੋਈ। ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਕੌਨਸ਼ੀਅਸਨੈਸ ਦਾ ਹੀ, ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਕੌਨਸ਼ੀਅਸਨੈਸ ਅਤ ਤੀਖਣ, ਤੀਬਰ, ਸੂਖਮ ਭਾਵਨਾਵਾਂ ਵਾਲੀ, ਸਟਲ ਫੀਲਿੰਗਸ ਵਾਲੀ ਹੁੰਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ, ਗ੍ਰੋਸ ਹੁੰਦੀ ਹੈ, ਜੋ ਸੂਖਮ ਆਤਮਿਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੀ। ਸਾਡੀ ਦਿਲਚਸਪੀ ਅਨੁਸਾਰ, ਸਾਡੇ ਇੰਟਰਸਟ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ। ਦੂਜੇ ਲਫ਼ਜ਼ਾਂ ਵਿੱਚ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਵੀ ਜਾਨਵਰਾਂ ਵਰਗੀ ਠੁੱਲੀ ਹੋ ਚੁੱਕੀ ਹੈ। ਜੋ ਨ ਸੁਨੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੋਰ। ਸਾਡੀ ਪਸ਼ੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਤੇ ਉਚੇਰਾ, ਚੰਗੇਰਾ ਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਅਥਵਾ ਜੁਗਤੀ ਦੱਸੀ ਗਈ ਹੈ। ਉਹ ਹੈ ਸਤ ਸੰਗਤ ਅਥਵਾ ਸਾਧ ਸੰਗਤ।
साधु कै संग पाप पलायन, साध संग अमृत गुण गायन। जो जो जपै तिसकी गत होए, साध संग पावै जन कोय। कर कृपा अंतर उरतारै, पस प्रेत मुगध पाथर को तारै। आन उपाओ न को सूझै, हर दासां सरनी पर रहा। ਕਿਸੇ ਖਿਆਲ ਨੂੰ ਅਸੀਂ ਪਿਛਲੇ ਲੇਖ 'ਚ ਪੜ੍ਹ ਚੁੱਕੇ ਹਾਂ। ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਸਾਡੀ ਮਾਇਕੀ ਅਤੇ ਆਤਮਿਕ ਤਰੱਕੀ ਜਾਂ ਕਾਮਯਾਬੀ ਲਈ, ਸਕਸੈਸ ਲਈ ਧਿਆਨ ਅਤ ਲਾਜ਼ਮੀ ਹੈ। ਮਾਇਕੀ ਵੀ ਅਤੇ ਆਤਮਿਕ ਵੀ ਤਰੱਕੀ ਲਈ ਧਿਆਨ ਲਾਜ਼ਮੀ ਹੈ। ਜਿੰਨਾ ਡੂੰਘਾ ਇੱਕ ਸੂਈ ਇਕਾਗਰ ਤੀਖਣ ਧਿਆਨ ਕਿਸੇ ਕਾਰਜ ਵਿੱਚ ਲਾਵਾਂਗੇ, ਉਤਨਾ ਹੀ ਉਹ ਕਾਰਜ ਸੋਹਣਾ, ਕਾਮਯਾਬ ਅਤੇ ਲਾਭਵੰਦ ਹੋਵੇਗਾ। ਧਿਆਨ ਦਿੱਤੇ ਬਗੈਰ ਸਾਡੀ ਕੋਈ ਵੀ ਵਿਉਂਤ, ਪਲਾਨ, ਸੋਚ ਵਿਚਾਰ ਅਤੇ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਓਪਰੇ ਜਿਹੇ ਮਨ ਨਾਲ ਕੀਤੇ ਹੋਏ ਕਾਰਜ, ਹਾਫ ਹਾਰਟਡਲੀ ਕੀਤੇ ਗਏ ਕਾਰਜ ਅਧੂਰੇ, ਗਲਤ, ਲਾਭਹੀਨ, ਹਾਨੀਕਾਰਕ, ਦੁਖਦਾਈ ਹੁੰਦੇ ਹਨ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਪਾਠ, ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਿਰਿਆ ਵੀ ਸਭ ਨਿਸ਼ਫਲ ਹਨ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿਨ ਕੂਰੇ ਗਾਂਡਨ ਗਾਂਡੇ। ਟੈਲੀਫੋਨ ਰਾਹੀਂ ਇੱਕ ਹੋਰ ਉਦਾਹਰਨ ਦੇ ਰਹੇ ਹਨ। ਟੈਲੀਫੋਨ ਰਾਹੀਂ ਗੱਲ ਕਰਨ ਅਥਵਾ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਹੁੰਦੀ, ਸੰਗ ਅਥਵਾ ਸੰਗਤ ਨਹੀਂ ਹੁੰਦੀ, ਸਾਂਝ ਨਹੀਂ ਪੈਂਦੀ, ਲੇਵਾ ਦੇਵੀ ਨਹੀਂ ਹੁੰਦੀ, ਵਣਜ ਵਪਾਰ ਨਹੀਂ ਹੁੰਦਾ। ਐਨ ਇਸੇ ਤਰ੍ਹਾਂ ਜੇਕਰ ਪਾਠ, ਪੂਜਾ, ਭਜਨ, ਬੰਦਗੀ ਕਰਦੇ ਹੋਇਆਂ ਸਾਡਾ ਮਨ ਅਥਵਾ ਧਿਆਨ ਸਾਵਧਾਨ, ਇਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ, ਡੂੰਘੇ, ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਤਦੇ ਗੁਰਬਾਣੀ ਵਿੱਚ ਪ੍ਰੇਰਨਾ ਅਤੇ ਤਾਕੀਦੀ ਹੁਕਮ ਹੈ, ਇੱਕ ਮਨ ਇੱਕ ਧਿਆਈਐ, ਮਨ ਕੀ ਲਾਹੇ ਪ੍ਰਾਂਤ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਧਿਆਨ ਅਥਵਾ ਇਕਾਗਰਤਾ ਲਈ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ। ਸਾਨੂੰ ਕੁਐਸਚਨ ਕਰਦੀ ਹੈ ਗੁਰਬਾਣੀ, ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆਂ। ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ। ਕਭੂ ਜਿਹੜਾ ਊਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਤੇ ਅਮਲੀ ਦ੍ਰਿਸ਼ਟਾਂਤ, ਪ੍ਰੈਕਟੀਕਲ ਐਗਜ਼ੈਂਪਲ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹਉਮੈ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਮੇ, ਆਪਣੇ ਸੋਰਸ ਅਕਾਲ ਪੁਰਖ ਨੂੰ ਭੁੱਲ ਕੇ ਜਾਂ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਭਿਆ ਹੋਇਆ ਹੈ, ਅਥਵਾ ਦੂਜੇ ਭਾਵ ਵਿੱਚ ਗਲਤਾਨ ਹੈ, ਡਿਊਐਲਿਟੀ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੇ, ਲੱਗੀ ਮਾਇਆ ਧੋ, ਪੁੱਤਰ ਕਲਤਰ ਨ ਸੰਗ ਧਨਾ, ਹਰ ਅਵਿਨਾਸੀ ਉਹ, ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹਾਂ ਕਿ ਸਾਡਾ ਜੀਵਨ ਹੀ ਮਾਇਆ ਦਾ ਰੂਪ ਹੋ ਗਿਆ ਹੈ। ਇਸੇ ਲਈ ਸਾਡੇ ਖਿਆਲ, ਸਾਡੀਆਂ ਕਲਪਨਾਵਾਂ, ਸਾਡੀ ਸੋਚ, ਸਾਡੀਆਂ ਰੀਝਾਂ, ਆਸਾਂ, ਸਾਡਾ ਪਿਆਰ,
ਸਾਡੀ ਭਾਵਨਾ, ਨਿਸ਼ਚੇ, ਸ਼ਰਧਾ, ਸੰਗਤ, ਸਾਡੀ ਲੇਵਾ ਦੇਵੀ, ਕਰਮ, ਧਰਮ ਤੇ ਘਾਲਨਾਵਾਂ, ਯਾਨੀ ਸਮੁੱਚੇ ਜੀਵਨ ਨੂੰ ਹੀ, ਓਵਰਆਲ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਸਾਡਾ ਧਿਆਨ, ਸੁਰਤੀ, ਬਿਰਤੀ, ਲਿਵ ਯਾਨੀ ਕੌਨਸ਼ੀਅਸਨੈਸ ਇਸ ਝੂਠੀ ਮਾਇਆ ਵਿੱਚ ਅਚੇਤ ਹੀ, ਸਹਿਜ ਸੁਭਾਏ ਹੀ, ਅਣਜਾਣੇ ਹੀ ਐਸੀ ਖੁਬੀ ਚੁਬੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਹੀ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਖਿਆਲ, ਧਿਆਨ, ਰੰਗਤ ਇਹ ਕਿਵੇਂ ਬਣੀ? ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਇਸ ਦੀ ਰੰਗਤ, ਇਸ ਦਾ ਵਿਸ਼ਵਾਸ, ਇਹ ਬਿਰਤੀ ਤੇ ਲਿਵ ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਮਾਇਆ ਦਾ ਖਿਆਲ ਕਰਨ ਨਾਲ, ਮਾਇਆ ਦਾ ਸਿਮਰਨ ਕਰਨ ਨਾਲ, ਅਭਿਆਸ ਕਰਨ ਨਾਲ ਉਪਜੀ ਹੈ ਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ ਦੁਆਰਾ, ਮਟੀਰੀਅਲਿਸਟਿਕ ਕੌਨਸ਼ੀਅਸਨੈਸ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ ਤੇ ਇਸੇ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ, ਮਰਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਜਮਾਂ ਦੇ ਵਸ ਪੈਂਦੇ ਤੇ ਫਿਰ ਜੰਮਦੇ ਹਾਂ। ਹਰ ਬਿਸਰੀਐ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਐ, ਪ੍ਰਭੂ ਛੋੜ ਅਨ ਲਾਗੈ, ਨਰਕ ਸਮਝੀਐ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ, ਅੰਧਾ ਤਾਂ ਦੁੱਖ ਸਹਿ ਪ੍ਰਾਣੀਆਂ। ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਜਾਂ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਜਾਂ ਮੇਲ ਜੋਲ ਦੇ ਅਭਿਆਸ ਦੀ ਲੋੜ ਸੀ, ਤਾਂ ਫਿਰ ਇਸ ਦੇ ਐਨ ਉਲਟ ਇਸ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ ਲਈ, ਢਾਲਣ ਲਈ ਜਾਂ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਆਤਮਿਕ ਸਾਧ ਸੰਗਤ ਅਥਵਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਤੇ ਲਾਜ਼ਮੀ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤ ਲਮੇਰੀ ਤੇ ਕਠਿਨ ਪਿਰਮ ਖੇਲ ਹੈ, ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਤੇ ਸੇਵਾ ਭਾਵਨੀ ਨਾਲ ਸੌਖੀ ਤੇ ਸ਼ੀਘਰ ਸੰਭਵ ਹੋ ਸਕਦੀ ਹੈ। ਖਿਨਹੂ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਪਿਛਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਕਿਸੇ ਨੀਵੇਂ ਖਿਆਲ ਜਾਂ ਚੀਜ਼ ਵੱਲ ਸਾਡਾ ਧਿਆਨ ਜਾਵੇ ਤਾਂ ਮਨ ਦਾ ਰੁਖ, ਮਨ ਦੀ ਡਾਇਰੈਕਸ਼ਨ ਜਾਂ ਧਿਆਨ ਫੌਰਨ ਉਚੇਰੇ ਚੰਗੇਰੇ ਰੁਖ ਵੱਲ ਮੋੜਨਾ ਚਾਹੀਦਾ ਹੈ। ਪਰ ਮਾਇਆ ਦੇ ਮਲੀਨ ਘੁੰਮਣ ਘੇਰੇ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਅਤ ਨਿਰਬਲ ਹੋ ਚੁੱਕਿਆ ਹੈ, ਵੀਕ ਹੋ ਚੁੱਕਿਆ ਹੈ, ਜਿਸ ਕਾਰਨ ਮਨ ਦੇ ਰੁਖ ਅਥਵਾ ਧਿਆਨ ਨੂੰ ਨੀਵੇਂ ਪਾਸਿਓਂ ਉਚੇਰੇ ਪਾਸੇ ਵੱਲ ਮੋੜਨਾ ਅਤ ਕਠਿਨ ਹੈ। ਜਦੋਂ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਸੋ ਕਰੀਏ ਕੀ? ਜਦੋਂ ਅਸੀਂ ਕਿਸੇ ਕਾਰਜ ਦੀ ਪੂਰਤੀ ਲਈ ਆਪਣੀ ਸਾਰੀ ਵਾਹ ਜਾਂ ਜ਼ੋਰ ਲਾ ਕੇ ਅਸਮਰਥ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਕਿਸੇ ਹੋਰ ਸ਼ਕਤੀਮਾਨ ਦੀ ਓਟ ਜਾਂ ਆਸਰਾ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਸਾਡਾ ਮਨ ਆਪਣੇ ਵੱਸ ਤੋਂ ਬਾਹਰ ਹੋ ਜਾਂਦਾ ਹੈ ਅਥਵਾ ਕਾਬੂ ਕਰਨ ਤੋਂ ਅਸਮਰਥ ਹੋ ਜਾਂਦੇ ਹਾਂ, ਇਸ ਨੂੰ ਕੰਟਰੋਲ ਕਰਨ ਵਿੱਚ ਅਸਮਰਥ ਹੋ ਜਾਂਦੇ ਹਾਂ, ਤਾਂ ਫਿਰ ਸਾਨੂੰ ਸ਼ਕਤੀਮਾਨ ਦੈਵੀ ਸ਼ਖਸੀਅਤ, ਡਿਵਾਈਨ ਪਰਸਨੈਲਿਟੀ ਅਥਵਾ ਸਾਧ ਸੰਗਤ ਦੀ ਓਟ ਅਥਵਾ ਆਸਰਾ ਲੈਣ ਦੀ ਜ਼ਰੂਰਤ ਹੁੰਦੀ ਹੈ। ਸਾਧ ਕੇ ਸੰਗ ਨ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਨਾਨਕ ਤਿਨ ਸੰਤਨ ਸਰਨਾਗਤੀ, ਜਿਨ ਮਨ ਵਸ ਕੀਨਾ। ਮਨੁਆ ਚਲੈ ਚਲੈ ਬਹੁ ਬਹੁ ਵਿਦ, ਮਿਲ ਸਾਧੂ ਵਸ ਗਤ ਕਰਿਆ। ਇਸੇ ਕਰਕੇ ਸੰਗਤਾਂ ਤੋਂ ਇਹ ਕਹਿੰਦਿਆਂ ਵੀ ਸੁਣਿਆ ਗਿਆ ਹੈ ਕਿ ਜਦੋਂ ਤੱਕ ਸਾਧ ਸੰਗਤ ਵਿੱਚ ਰਹੀਦਾ ਹੈ ਤਾਂ ਮਨ ਟਿਕਿਆ ਰਹਿੰਦਾ ਹੈ ਅਥਵਾ ਮਾਇਕੀ ਫੁਰਨੇ ਨਹੀਂ ਆਉਂਦੇ, ਪਰ ਘਰ ਜਾ ਕੇ ਮਨ ਉੱਤੇ ਮਾਇਆ ਹਾਵੀ ਹੋ ਜਾਂਦੀ ਹੈ ਤੇ ਫਿਰ ਉਹੀ ਹਾਲ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਅਥਵਾ ਸਤ ਸੰਗਤ ਕਰਨ ਲਈ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ। ਕੋਟ ਬਿਘਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਜੀਤ ਜਨਮ ਇਹ ਰਤਨ ਅਮੋਲਕ,
साध संगत जप एक खिना, महापवित्र साध का संग, जिस भेटत लागै प्रभ रंग। साडी धरती विच अत्यंत आकर्षण शक्ति है, ग्रैविटी है, जिस दी वजह नाल हर एक चीज धरती वाल खिंची जा रही है। धरती के उदाले पुदाले कई मीलों तक ये आकर्षण शक्ति काम करती है। उस तो उपर अनंत पुलाड़ है, स्पेस है, जिस विच कोई ग्रैविटी नहीं है। इस पुलाड़ विच जे कोई चीज़ पहुंच जाए तो उत्थे ही हमेशा लई खड़ी रहती है। इस अनंत पुलाड़ विच धरती वांग होर बेअंत ग्रह ते उपग्रह या सितारे हैं, जिन्हां दे उदाले भी वख-वख दर्जे की ग्रैविटी हुंदी है, आकर्षण शक्ति हुंदी है। जद कोई चीज़ पुलाड़ विचों निकल के इन्हां विचों किसी भी ग्रह के वायुमंडल विच दाखल हो जाती है तो उस ग्रह की अपनी ग्रैविटी उसनों अपने वल खिंच लैंदी है। मिसाल के तौर पर विग्यानिकों ने खोज की है कि चंद्र ग्रह विच भी उसकी अपनी आकर्षण शक्ति है, तो जो चीज़ भी चंद्रमा के वायुमंडल विच दाखल हो जाए तो वह चीज़ आकर्षण शक्ति नाल चंद्रमा के केंद्र वल खिंची जाती है। एन इस तरह साडा मन भी भरममयी माइकी मंडल विच सहज सुभाए माया की शक्तिशाली आकर्षण शक्ति नाल उस वल खिंचिया जा रहा है, जिस कारण असी अनजाने ही, असी एफर्टलैसली ही सारी उम्र इस माइकी मंडल विच पलच पलच के खुआर हुंदे हां। पलच पलच सगली मोई, झूठे तंदे मोह। अनुभवी ज्ञान की आत्मिक शक्ति नाल ही, इंट्यूशनल नॉलेज की डिवाइन पावर नाल ही असी इस माइकी मंडल की आकर्षण शक्ति नूं बुझ सीज सकते हाँ। हाँ जी, अनुभवी ज्ञान की आत्मिक शक्ति नाल ही असी इस माइकी मंडल की आकर्षण शक्ति ग्रैविटी नूं बुझ सीज सकते हाँ, ते सत्संगत अथवा साध संगत के आसरे माइकी आकर्षण शक्ति के दायरे विचों निकल सकते हाँ, ते अपने असली निज घर बेगमपुरा दे सच्चे सुच्चे अंतर्मुखी आत्मिक देश यानी निरंकार दे देश सचखंड वल साडे मन का रुख मुड़ सकता है अनुभवी ज्ञान नाल। ऐसे नुक्ते वाली गल, इत्थे नुक्ते वाली गल यह है कि अपने ध्यान नूं साध संगत की आत्मिक कला इंस्पिरेशन द्वारा असी एकाग्र करके माइकी आकर्षण शक्ति तो निकल सकते हाँ। हाँ जी, नुक्ते वाली गल यह है कि अपने ध्यान नूं साध संगत की इंस्पिरेशन द्वारा असी एकाग्र करके माइकी आकर्षण शक्ति तो निकल सकते हाँ। पर जदों भी साडा मन साध संगत तो बाहर हुंदा है तो माइकी आकर्षण शक्ति साडे मन उत्ते हावी हो जाती है, ते असी फिर माइकी अगन सोक सागर विच गोते खाण लग पैंदे हाँ। महा अभाग अभाग हैं जिनके तिन साधु धूर न पीजै, तिन्ना तिश्ना जलत जलत नहीं बूझै, डंड धर्म राय का दीजै। दूजे लफ्जां विच साध संगत की प्रेरणा द्वारा साडे ध्यान की सुरती आत्मिक मंडल की दैवी प्रेम स्वप्ना के आकाशां विच उडारियां लाउंदी है। साध संगत की प्रेरणा द्वारा साडे ध्यान की सुरती आत्मिक मंडल की डिवाइन प्लेन की दैवी प्रेम स्वप्ना के आकाशां विच उडारियां लाउंदी है। इस तो उल्ट साध संगत के आत्मिक वातावरण आत्मिक औरा विचों निकलदियां ही साडे अंतशकरण के नीवें सुभाव ते मलीन रुचियां अनुसार साडा ध्यान मुड़ माइकी मंडल वल खिंचिया जाता है। इसलिए मन दे ध्यान नूं सच्ची सुच्ची ज्योंदी जागदी साध संगत द्वारा नाम बाणी सिमरन वल मोड़न लई गुरबाणी विच जोरदार प्रेरणा की गई है। हाँ जी, करना की है, मन दे ध्यान नूं सच्ची सुच्ची ज्योंदी जागदी साध संगत द्वारा नाम बाणी सिमरन वल मोड़ना है। गुरबाणी इसकी इं प्रौढ़ता करती है। सत संगत लग हर त्याइयै, हर हर चलै तेरे नाल, साध संग हर कै रंग, गोबिंद सिमरन लग गया। सत संगत गुर की हर प्यारी,
जिन हर हर नाम मीठा मन पाया, साध संग हर हर नाम चितारा। ਇਹ ਮਾਇਕੀ ਮੰਡਲ ਅਥਵਾ ਆਤਮਿਕ ਮੰਡਲ ਇਹ ਕੀ ਹਨ? ਇਹ ਕੋਈ ਅਡਰੇ ਦੇਸ਼, ਟਾਪੂ, ਗ੍ਰਹਿ ਨਹੀਂ ਹਨ। ਇਹ ਕੋਈ ਫਿਜ਼ੀਕਲ ਆਈਲੈਂਡਸ ਨਹੀਂ ਹਨ। ਇਹ ਤਾਂ ਮਾਨਸਿਕ ਵਲਵਲਿਆਂ ਅਥਵਾ ਪ੍ਰੇਮ ਸਵੈਪਨਾਂ ਦਾ ਸਾਡੇ ਧਿਆਨ ਅਥਵਾ ਸੁਰਤੀ ਬਿਰਤੀ ਦੇ ਉਤਾਰ ਚੜਾਓ ਦੀ ਸੂਖਮ ਅਵਸਥਾ ਦੀ ਖੇਡ ਹੈ। ਹਾਂਜੀ, ਇਹ ਮੈਂਟਲ ਸਟੇਟਸ ਹਨ। ਇਹ ਤਾਂ ਮਾਨਸਿਕ ਵਲਵਲਿਆਂ ਅਥਵਾ ਪ੍ਰੇਮ ਸਵੈਪਨਾਂ ਦਾ ਸਾਡੇ ਧਿਆਨ ਜਾਂ ਸੁਰਤੀ ਬਿਰਤੀ, ਸਾਡੀ ਕੌਨਸ਼ੀਅਸਨੈਸ ਦੇ ਉਤਰਾਓ ਚੜਾਓ ਦੀ ਅਵਸਥਾ ਦੀ ਖੇਡ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖ ਹੀ ਜਾਣਦਾ ਜਾਂ ਪਹਿਚਾਣਦਾ ਹੈ। ਵਿਰਲੇ ਕੋ ਸੋਝੀ ਪਈ, ਗੁਰਮੁਖ ਮਨ ਸਮਝਾਏ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ। ਸਾਧ ਸੰਗਤ ਦੀ ਓਟ, ਆਸਰਾ, ਪ੍ਰੇਰਨਾ, ਅਗਵਾਈ ਤੇ ਸਹਾਇਤਾ ਲੈ ਕੇ ਮਨ ਦਾ ਧਿਆਨ ਜਾਂ ਸੁਰਤੀ ਬਿਰਤੀ ਦੇ ਰੁਖ ਨੂੰ ਆਤਮਿਕ ਮੰਡਲ ਵੱਲ ਮੋੜਨਾ, ਇਹ ਜਗਿਆਸੂਆਂ ਦਾ ਦੈਵੀ ਉਦਮ ਤੇ ਕਰਤੱਵ ਹੈ। ਇਹੀ ਸਾਡੀ ਐਕਟੀਵਿਟੀ ਹੈ। ਹਾਂਜੀ, ਸਾਧ ਸੰਗਤ ਦੀ ਓਟ, ਆਸਰਾ, ਪ੍ਰੇਰਨਾ, ਅਗਵਾਈ ਤੇ ਸਹਾਇਤਾ ਲੈ ਕੇ ਮਨ ਦਾ ਧਿਆਨ, ਮਨ ਦੀ ਸੁਰਤੀ ਬਿਰਤੀ ਦੇ ਰੁਖ ਨੂੰ ਆਤਮਿਕ ਮੰਡਲ ਵੱਲ ਮੋੜਨਾ, ਇਹੀ ਜਗਿਆਸੂਆਂ ਦਾ ਕਰਤੱਵ ਹੈ। ਸਾਧ ਸੰਗਤ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨ ਸੂਝੈ, ਇਹ ਜਤਨ ਕਾਟ ਕਲ ਕਾਲ। ਇਸ ਤੋਂ ਅੱਗੇ ਫਿਰ ਆਤਮ ਮੰਡਲ ਦੀ ਅਚਰਜ ਕਥਾ ਜਾਂ ਆਤਮ ਖੇਲ ਨਿਰਾਲੀ ਤੇ ਹੋਰਵੇਂ ਹੈ। ਇੱਥੋਂ ਤੱਕ ਸਾਡਾ ਉਦਮ ਸੀਗਾ। ਅੱਗੇ ਆਤਮ ਮੰਡਲ ਦੀ ਖੇਲ ਹੋਰਵੇਂ ਹੈ। ਮੱਛਲੀ ਜਦ ਮਾਛੀ ਦੀ ਕੁੰਡੀ ਵਿੱਚ ਫਸ ਜਾਂਦੀ ਹੈ ਤਾਂ ਮਾਛੀ, ਫਿਸ਼ਰਮੈਨ, ਉਸ ਨੂੰ ਆਪਣੀ ਡੋਰੀ ਦੁਆਰਾ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਿਸੇ ਦੈਵੀ ਸੁਹਾਵਣੇ ਸਮੇਂ ਵਿੱਚ ਸਾਡੀ ਸੁਰਤੀ ਬਿਰਤੀ ਇਤਨੀ ਚੜ੍ਹ ਜਾਂਦੀ ਹੈ ਕਿ ਅਨੰਤ ਪ੍ਰੇਮ ਸਵੈਪਨਾ ਦੇ ਕਿੰਗਰੀਆਂ ਜਾਂ ਨਾਮ ਦੀ ਪਾਰਸ ਕਲਾ ਨੂੰ ਜਾ ਛੂੰਹਦੀ ਹੈ ਤੇ ਨਾਮ ਦੀ ਪ੍ਰੇਮ ਡੋਰੀ ਨਾਲ ਬੱਝ ਜਾਂਦੀ ਹੈ। ਇਸ ਤਰ੍ਹਾਂ ਸਾਡੀ ਸੁਰਤੀ ਨਾਮ ਦੇ ਪਿਰਮ ਰਸ ਵਿੱਚ ਅਲਮਸਤ ਮਤਵਾਰੀ ਹੋਈ ਆਤਮ ਪ੍ਰੇਮ ਡੋਰੀ ਨਾਲ ਖਿਚਿੰਦੀ ਜਾਂਦੀ ਹੈ। ਇਹ ਸਭ ਨਾਮ ਦੀ ਅਕਲ ਕਲਾ ਦੀ ਪਾਰਸ ਛੋਹ ਹੈ, ਜੋ ਸਤਿਗੁਰ ਦੀ ਅਪਾਰ ਕਿਰਪਾ, ਬਖਸ਼ਿਸ਼ ਤੇ ਨਦਰ ਕਰਮ ਦੁਆਰਾ ਪ੍ਰਦਾਨ ਹੁੰਦੀ ਹੈ, ਜਿਸ ਵਿੱਚ ਜਗਿਆਸੂ ਦਾ ਆਪਣਾ ਕੋਈ ਜ਼ੋਰ ਨਹੀਂ ਹੁੰਦਾ। ਅਲਖ ਅਪਿਓ ਹਰ ਰਹਿਆ ਸਮਾਏ, ਉਪਾਏ ਨ ਕਿਤੀ ਪਾਇਆ ਜਾਏ। ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਜਨ ਨਾਨਕ ਕਰਮੀ ਪਾਇਨ, ਹਰ ਨਾਮਾ ਭਗਤ ਭੰਡਾਰ। ਗੁਰਮੁਖਾਂ ਦੀ ਸੂਖਮ ਸੁਰਤੀ ਸ਼ਬਦ ਧੁਨੀ ਦੀ ਪ੍ਰੀਤ ਡੋਰੀ ਨਾਲ ਇਸ ਤਰ੍ਹਾਂ ਪੀੜੀ ਹੋ ਜਾਂਦੀ ਹੈ ਕਿ ਕੋਈ ਮਾਇਕੀ ਸ਼ਕਤੀ ਇਸ ਡੋਰੀ ਨੂੰ ਤੋੜ ਨਹੀਂ ਸਕਦੀ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨ ਟੂਟੈ, ਛੋਰੀ ਨ ਛੂਟੈ, ਐਸੀ ਮਾਧੋ ਖਿੰਚ ਤਨੀ। ਜਦ ਤੱਕ ਜਗਿਆਸੂ ਆਪਣੇ ਮਨ ਦੇ ਰੁਖ ਨੂੰ ਮਾਇਕੀ ਮੰਡਲ ਦੀ ਆਕਰਖਣ ਸ਼ਕਤੀ ਵਿੱਚੋਂ ਕੱਢ ਕੇ ਆਤਮ ਮੰਡਲ ਵੱਲ ਲਾਉਣ ਦਾ ਉਦਮ ਜਾਂ ਤਰਲਾ ਕਰਦਾ ਹੈ, ਉਦੋਂ ਤੱਕ ਇਸ ਕਰਤੱਵ ਨੂੰ ਧਿਆਨ ਕਿਹਾ ਜਾਂਦਾ ਹੈ। ਪਰ ਜਦੋਂ ਸਾਡਾ ਧਿਆਨ ਜਾਂ ਸੁਰਤੀ ਸਹਿਜ ਸੁਭਾਏ ਕਿਸੇ ਅਕਹਿ ਰਸ ਦੀ ਮਸਤੀ ਵਿੱਚ ਇਲਾਹੀ ਪ੍ਰੀਤ ਡੋਰੀ ਨਾਲ ਖਿੱਚੀ ਜਾ ਰਹੀ ਹੁੰਦੀ ਹੈ, ਤਾਂ ਇਹ ਸੁਰਤੀ ਦਾ ਪਿਰਮ ਖੇਲ ਬਣ ਜਾਂਦਾ ਹੈ। ਇਹ ਸੁਰਤੀ ਦਾ ਪਿਰਮ ਖੇਲ ਬਣ ਜਾਂਦਾ ਹੈ, ਡਿਵਾਈਨ ਪਲੇ ਬਣ ਜਾਂਦਾ ਹੈ। ਇਸ ਅਲੌਕਿਕ ਆਤਮ ਪਿਰਮ ਖੇਲ ਵਿੱਚ ਜਗਿਆਸੂ ਦਾ ਕੋਈ ਉਦਮ ਜਾਂ ਯਤਨ ਨਹੀਂ ਹੁੰਦਾ। ਜਿਸ ਤਰ੍ਹਾਂ ਬੀਨ ਦੀ ਮਧੁਰ ਧੁਨੀ ਸੁਣ ਕੇ ਸਰਪ ਮਸਤ ਹੋ ਕੇ ਮੌਲਣ ਲੱਗ ਪੈਂਦਾ ਹੈ ਤੇ ਧੁਨੀ ਦਾ ਚੇਲਾ ਬਣ ਕੇ ਮਗਰ ਮਗਰ ਰਿੜਦਾ ਫਿਰਦਾ ਹੈ, ਐਨ ਇਸੇ ਤਰ੍ਹਾਂ ਇਸ ਪਿਰਮ ਖੇਲ ਵਿੱਚ ਸਾਡੀ ਸੁਰਤ ਗੁਰ ਸ਼ਬਦ ਦੀ ਅਨਹਦ ਧੁਨੀ ਸੁਣ ਕੇ ਅਲਮਸਤ ਮਤਵਾਰੀ ਹੋ ਕੇ
ਸ਼ਬਦ ਧੁਨੀ ਦੀ ਚੇਲੀ ਬਣ ਕੇ ਖਿਚਿੰਦੀ ਜਾਂਦੀ ਹੈ। ਇਸ ਸ਼ਬਦ ਸੁਰਤ ਦੀ ਇਲਾਹੀ ਪਿਰਮ ਖੇਲ ਨੂੰ ਹੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਜਾਂਦਾ ਹੈ। ਐਸੇ ਸਹਿਜ ਧਿਆਨ ਦੀ ਆਤਮਿਕ ਅਵਸਥਾ ਦੀ ਅਚਰਜ ਅਕਥ ਕਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਚਰਨ ਕਮਲ ਸਿਉ ਲਾਗੋ ਧਿਆਨਾ, ਸਾਚੈ ਦਰਸ ਸਮਾਈ ਸੰਤੋ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜਤਾ ਕੇ ਸਵਾਦ। ਹਾਂਜੀ, ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜਤਾ ਕੇ ਸਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।